ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਆਪਣੀ ਤਿਆਰੀ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋਵੋਗੇ। ਸੋ ਇਹ ਹੈ ਜੀ ਆਪਣੀ ਕਲਾਸ ਨੰਬਰ 6th ਯੂਨਿਟ ਆਪਣੀ ਚੱਲ ਰਹੀ ਹੈ ਫਾਈਨੈਂਸ਼ੀਅਲ ਅਕਾਊਂਟਿੰਗ। ਇਹਦੇ ਵਿੱਚ ਆਲਮੋਸਟ 5 ਕਲਾਸਿਸ ਹੋ ਚੁੱਕੀਆਂ ਹੈ, ਠੀਕ ਹੈ, ਜਿਹਦੇ ਵਿੱਚ ਆਪਾਂ ਮੇਨ ਬੇਸਿਕ ਟੌਪਿਕ ਸਾਰੇ ਕਲੀਅਰ ਕਰ ਚੁੱਕੇ ਹਾਂ। ਹੁਣ ਜੇ ਤੁਹਾਡਾ ਉਹ ਬੇਸ ਕਲੀਅਰ ਹੈ ਤਾਂ ਹੀ ਤੁਸੀਂ ਅੱਗੇ ਵਾਲੇ ਚੈਪਟਰਸ ਨੂੰ ਸਮਝ ਸਕਦੇ ਹੋ। ਅੱਜ ਆਪਾਂ ਟੌਪਿਕ ਕਰਾਂਗੇ ਪ੍ਰੈਪਰੇਸ਼ਨ ਆਫ ਫਾਈਨਲ ਅਕਾਊਂਟਸ ਆਫ ਸੋਲ ਟਰੇਡਰ। ਇਹਦੇ ਨਾਲ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸਾਰਿਆਂ ਵਾਸਤੇ, ਜਿਹੜੇ ਵੀ ਮੇਰੇ ਵੀਡੀਓਜ਼ ਨੂੰ ਦੇਖ ਰਹੇ ਨੇ, ਠੀਕ ਹੈ, ਪਲੀਜ਼ ਉਹ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ। ਹੁਣ ਤੋਂ ਆਪਾਂ ਹਰ ਵੀਕ ਦੇ ਵਿੱਚ ਇੱਕ ਮੌਕ ਟੈਸਟ ਜ਼ਰੂਰ ਕਰਿਆ ਕਰਾਂਗੇ ਅਤੇ ਉਹਦਾ ਲਿੰਕ ਮੈਂ ਆਪਣੇ ਟੈਲੀਗ੍ਰਾਮ ਚੈਨਲ 'ਤੇ ਹੀ ਅਪਲੋਡ ਕਰਦੀ ਹਾਂ, ਠੀਕ ਹੈ। ਸੋ ਤੁਸੀਂ ਅਗਰ ਇਹ ਮੌਕ ਟੈਸਟ ਦੇਣਾ ਚਾਹੁੰਦੇ ਹੋ ਅਤੇ ਆਪਣੀ ਪ੍ਰੈਪਰੇਸ਼ਨ ਨੂੰ ਐਨਾਲਾਈਜ਼ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ। ਅਤੇ ਅੱਜ ਦੇ ਲਈ ਮੈਂ ਮੌਕ ਟੈਸਟ ਪਾਊਂਗੀ ਟ੍ਰਾਇਲ ਬੈਲੈਂਸ ਦਾ, ਅਤੇ ਤੁਸੀਂ ਉਹਦੀ ਰਿਵੀਜ਼ਨ ਨਾਲ ਪ੍ਰੀਪੇਅਰ ਰਹਿਣਾ, ਕਿਉਂਕਿ ਜਿਹੜਾ ਮੌਕ ਟੈਸਟ ਦਾ ਲੈਵਲ ਹੈ ਉਹ ਮੋਡਰੇਟ ਟੂ ਡਿਫੀਕਲਟ ਰਹਿਣ ਵਾਲਾ ਹੈ। ਸੋ 20 ਕੁਐਸਚਨਸ ਹੋ ਗਏ, ਈਚ ਕੁਐਸਚਨ ਕੈਰੀ 1 ਮਾਰਕਸ। ਤਾਂ ਤੁਸੀਂ ਆਪਣੀ ਪ੍ਰੈਪਰੇਸ਼ਨ ਨੂੰ ਦੇਖ ਸਕਦੇ ਹੋ ਕਿ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। ਹੁਣ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ, ਜੋ ਟੌਪਿਕ ਹੈ ਪ੍ਰੈਪਰੇਸ਼ਨ ਆਫ ਫਾਈਨਲ ਅਕਾਊਂਟਸ ਫॉर ਸੋਲ ਟਰੇਡਰ। ਸਭ ਤੋਂ ਪਹਿਲਾਂ ਫਾਈਨਲ ਅਕਾਊਂਟਸ ਦੇ ਵਿੱਚ ਮੈਂ ਤੁਹਾਨੂੰ ਬੇਸਿਕ ਚੀਜ਼ਾਂ ਦੱਸ ਚੁੱਕੀ ਹਾਂ। ਟਰਾਇਲ ਬੈਲੈਂਸ ਦੇ ਹੈਲਪ ਨਾਲ ਆਪਾਂ ਬਣਾਵਾਂਗੇ ਟ੍ਰੇਡਿੰਗ ਅਕਾਊਂਟ, ਫਿਰ ਆਪਾਂ ਬਣਾਵਾਂਗੇ P&L ਅਕਾਊਂਟ, ਦੈਨ ਫਿਰ ਆਪਾਂ ਬਣਾਵਾਂਗੇ ਬੈਲੈਂਸ ਸ਼ੀਟ, ਠੀਕ ਹੈ। ਇਹ ਫਾਈਨਲ ਅਕਾਊਂਟਸ ਦੇ ਵਿੱਚ ਆ ਜਾਂਦਾ ਹੈ। ਅੱਗੇ ਪੜ੍ਹਨ ਤੋਂ ਪਹਿਲਾਂ ਆਪਾਂ ਮਤਲਬ ਜਾਣ ਲੈਂਦੇ ਹਾਂ ਕਿ ਸੋਲ ਟਰੇਡਰਸ ਹੁੰਦੇ ਕੌਣ ਹੈ। ਸੋਲ ਦਾ ਮਤਲਬ ਕੌਣ ਹੁੰਦਾ? ਇਕੱਲਾ। ਟਰੇਡਰ ਮਤਲਬ ਵਪਾਰੀ। ਤਾਂ ਮੀਨਿੰਗ ਆਫ ਸੋਲ ਟਰੇਡਰ ਮਤਲਬ ਅ ਸੋਲ ਟਰੇਡਰ ਆਲਸੋ ਕੋਲਡ ਅ ਸੋਲ ਪ੍ਰੋਪਰਾਈਟਰ ਇਜ਼ ਅ ਟਾਈਪ ਆਫ ਬਿਜ਼ਨਸ। ਇਹ ਇੱਕ ਟਾਈਪ ਹੈ ਬਿਜ਼ਨਸ ਐਂਟਿਟੀ ਦਾ, ਜੋ ਓਨਡ ਔਰ ਮੈਨੇਜ ਕੀਤਾ ਜਾਂਦਾ ਹੈ ਸਿਰਫ ਔਰ ਸਿਰਫ ਇੱਕ ਬੰਦੇ ਦੇ ਨਾਲ, ਸਿੰਗਲ ਇੰਡੀਵਿਜੂਅਲ ਦੇ ਨਾਲ, ਠੀਕ ਹੈ। ਜਿੰਨਾ ਵੀ ਲੋਸ, ਜਿੰਨਾ ਵੀ ਪ੍ਰੋਫਿਟ ਉਹਨੂੰ ਹੋਏਗਾ ਉਹ ਸਿਰਫ ਇੱਕ ਬੰਦਾ ਹੀ ਬੇਅਰ ਕਰੇਗਾ, ਠੀਕ ਹੈ। ਟੇਕਸ ਆਲ ਪ੍ਰੋਫਿਟ ਐਂਡ ਬੇਅਰ ਆਲ ਲੋਸਿਸ। ਜਿੰਨੇ ਵੀ ਲੋਸਿਸ ਹੋਊਗੇ, ਜਿੰਨਾ ਵੀ ਰਿਸਕ ਹੋਏਗਾ, ਜਿੰਨਾ ਵੀ ਪ੍ਰੋਫਿਟ ਹੋਏਗਾ, ਉਹ ਸਿਰਫ ਇੱਕ ਪਰਸਨ ਦੇ ਨਾਲ ਹੀ ਬਿਲੋਂਗ ਕਰੇਗਾ। ਇਹਨੂੰ ਆਪਾਂ ਬੋਲ ਦਿੰਦੇ ਹਾਂ ਸੋਲ ਟਰੇਡਰ। ਅੱਗੇ ਹੈ ਬਿਜ਼ਨਸ ਐਂਡ ਦਾ ਓਨਰ ਆਰ ਨੋਟ ਸੈਪਰੇਟ ਲੀਗਲ ਐਂਟੀਟੀਜ਼। ਜਦੋਂ ਆਪਾਂ ਅਕਾਊਂਟਿੰਗ ਦਾ, ਫਾਈਨੈਂਸ਼ੀਅਲ ਅਕਾਊਂਟਿੰਗ ਦਾ ਫਸਟ ਚੈਪਟਰ ਪੜ੍ਹਿਆ ਸੀ ਨਾ, ਉਹਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਬਿਜ਼ਨਸ ਔਰ ਓਨਰ ਕੀ ਹੋਊਗੇ? ਸੈਪਰੇਟ ਲੀਗਲ ਐਂਟੀਟੀਜ਼ ਹੋਊਗੇ। ਬਟ ਸੋਲ ਟਰੇਡਰਸ ਦੇ ਵਿੱਚ ਇਹ ਵਾਲਾ ਕਨਸੈਪਟ ਅਪਲਾਈ ਨਹੀਂ ਹੁੰਦਾ, ਠੀਕ ਹੈ। ਇਹਦੇ ਵਿੱਚ ਕਿਹੜਾ ਕਨਸੈਪਟ ਅਪਲਾਈ ਹੁੰਦਾ ਕਿ ਦੋਨੋਂ ਸੈਪਰੇਟ ਨਹੀਂ ਹੈ, ਦੋਨਾਂ ਨੂੰ ਇੱਕੋ ਹੀ ਮੰਨਿਆ ਜਾਏਗਾ। ਇਹ ਹੋ ਜਾਂਦਾ ਸੋਲ ਟਰੇਡਰ ਦੇ ਵਿੱਚ। ਨੋ ਲੀਗਲ ਫੋਰਮੈਲਿਟੀਜ਼ ਆਰ ਨੀਡਡ ਟੂ ਸਟਾਰਟ। ਕੋਈ ਵੀ ਲੀਗਲ ਫੋਰਮੈਲਿਟੀ ਨਹੀਂ ਚਾਹੀਦੀ ਇਸ ਚੀਜ਼ ਨੂੰ ਸਟਾਰਟ ਕਰਨ ਵਾਸਤੇ। ਜਿੱਦਾਂ ਅਗਰ ਪਾਰਟਨਰਸ਼ਿਪ ਸਟਾਰਟ ਕਰਨੀ ਹੈ, ਅਗਰ ਕੋਈ ਕੰਪਨੀ ਸਟਾਰਟ ਕਰਨੀ ਹੈ, ਅਗਰ ਕੋਈ ਫਰਮ ਸਟਾਰਟ ਕਰਨੀ ਹੈ, ਤਾਂ ਤੁਹਾਨੂੰ ਲੀਗਲ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਨਾ ਪਏਗਾ। ਜਦੋਂ ਰਿਕੁਆਇਰਮੈਂਟਸ ਨੂੰ ਫੁਲਫਿਲ ਕਰ ਲਓਗੇ, ਫਿਰ ਜਾ ਕੇ ਤੁਹਾਡਾ ਜਿਹੜਾ ਕੰਪਨੀ ਜਾਂ ਫਿਰ ਬਿਜ਼ਨਸ ਜਾਂ ਫਿਰ ਪਾਰਟਨਰਸ਼ਿਪ ਆ ਉਹ ਸਟਾਰਟ ਕੀਤੀ ਜਾਏਗੀ। ਬਟ ਸੋਲ ਟਰੇਡਰ ਦੇ ਵਿੱਚ ਇੱਦਾਂ ਦੀ ਕੋਈ ਵੀ ਫੋਰਮੈਲਿਟੀ ਨਹੀਂ ਹੈ। ਕੋਮਨ ਇਨ ਸਮੋਲ ਸਕੇਲ ਬਿਜ਼ਨਸਿਸ ਲਾਈਕ ਸ਼ੋਪਸ ਐਂਡ ਸਰਵਿਸਿਜ਼ ਐਕਸੈਟਰਾ। ਕਹਿੰਦੇ ਇਹ ਸੋਲ ਟਰੇਡਰ ਕਿੱਥੇ ਕੋਮਨ ਹੈ? ਸੋਲ ਟਰੇਡਰ ਕੋਮਨ ਹੈ ਸਮੋਲ ਸਕੇਲ ਬਿਜ਼ਨਸਿਸ ਲਾਈਕ ਗਰੋਸਰੀ ਸ਼ੋਪ ਖੋਲ੍ਹ ਕੇ ਬੈਠ। ਹੁਣ ਨੋਟ ਕਰਨ ਵਾਲੀ ਚੀਜ਼ ਕੀ ਹੈ ਇੱਥੇ ਕਿ ਨੋ ਸੈਪਰੇਟ ਐਕਟ। ਸੋਲ ਟਰੇਡਰ ਵਾਸਤੇ ਕੋਈ ਵੀ ਸੈਪਰੇਟ ਐਕਟ ਨਹੀਂ ਬਣਾਇਆ ਗਿਆ, ਜਿਵੇਂ ਕੰਪਨੀਜ਼ ਐਕਟ 2013 ਬਣਾਇਆ ਗਿਆ, ਪਾਰਟਨਰਸ਼ਿਪ ਐਕਟ ਹੈ। ਇੱਦਾਂ ਕੋਈ ਵੀ ਐਕਟ ਨਹੀਂ ਹੈ ਜੋ ਗਵਰਨਸ ਦਾ ਮਤਲਬ ਹੁੰਦਾ ਜੋ ਚਲਾਏਗਾ, ਰਨਸ ਕਰੇਗਾ ਸੋਲ ਪ੍ਰੋਪਰਾਈਟਰਸ ਨੂੰ ਜਾਂ ਟਰੇਡਰ ਨੂੰ। ਤਾਂ ਇਹਨਾਂ ਵਾਸਤੇ ਕੋਈ ਵੀ ਸਪੈਸ਼ਲ ਰਾਈਟ ਜਾਂ ਫਿਰ ਸਪੈਸ਼ਲ ਐਕਟ ਨਹੀਂ ਬਣਾਇਆ ਗਿਆ, ਠੀਕ ਹੈ, ਕਿਉਂਕਿ ਇਹਦੇ ਵਿੱਚ ਕੋਈ ਲੀਗਲ ਫੋਰਮੈਲਿਟੀਜ਼ ਹੀ ਨਹੀਂ ਹੈ। ਨੈਕਸਟ ਹੈ ਸਾਡੇ ਕੋਲ, ਹੁਣ ਅਗਰ ਆਪਾਂ ਗੱਲ ਕੀਤੀ ਹੈ, ਇੱਥੇ ਆਇਆ ਹੈ ਕੰਪਨੀਜ਼ ਐਕਟ 2013। ਇਹਦੀਆਂ ਕੁਛ ਇੰਪੋਰਟੈਂਟ ਚੀਜ਼ਾਂ ਨੋਟ ਕਰ ਲਓ, ਕਿਉਂਕਿ ਕੁਐਸਚਨ ਦੇ ਵਿੱਚ ਐਗਜ਼ਾਮ ਦੇ ਵਿੱਚ ਨਾ ਐਕਟਸ ਵਗੈਰਾ ਦੇ ਉੱਤੇ ਵੀ ਕੁਐਸਚਨਸ ਪੁੱਟ ਕੀਤੇ ਜਾਂਦੇ ਹੈ। ਤਾਂ ਹੁਣ ਯੂਜ਼ਸ ਦੇਖ ਲਓ, ਕੰਪਨੀਜ਼ ਐਕਟ 2013 ਦੇ ਕਿੱਥੇ ਐਪਲੀਕੇਬਲ ਹੋਊਗਾ। ਸਭ ਤੋਂ ਪਹਿਲਾਂ ਇਹ ਵਾਲਾ ਐਕਟ ਐਪਲੀਕੇਬਲ ਹੋਏਗਾ ਪ੍ਰਾਈਵੇਟ ਕੰਪਨੀਜ਼ ਦੇ ਉੱਤੇ, ਜੋ ਪ੍ਰਾਈਵੇਟ ਲਿਮਿਟਿਡ ਕੰਪਨੀਜ਼ ਹੁੰਦੀਆਂ ਉਹਦੇ ਉੱਤੇ। ਪਬਲਿਕ ਕੰਪਨੀਜ਼ ਦੇ ਉੱਤੇ, ਜੋ ਗਵਰਨਮੈਂਟ ਕੰਪਨੀਜ਼ ਆ ਉਹਨਾਂ 'ਤੇ ਵੀ ਇਹ ਰੂਲ ਅਪਲਾਈ ਹੋਏਗਾ, ਗਵਰਨਮੈਂਟ ਕੰਪਨੀਜ਼ 'ਤੇ ਵੀ,
ठीक है। 1 पर्सन कंपनी OPC भी लिखा आ सकता पेपर दे विच, तो OPC का मतलब की है 1 पर्सन कंपनी। उस तो बाद सैक्शन 8 कंपनीज़ जो भी सैक्शन 8 विच आंदियां कंपनीज़ उन्होंने वास्ते भी कंपनीज़ एक्ट 2013 ही अप्लाई किया जाएगा। हुण सैक्शन 8 वाली कंपनीज़ किहड़ियां है जो वो सिर्फ नॉन प्रॉफिट के उत्ते काम करदियां, ठीक है। उस बाद स्मॉल कंपनीज़ प्रोड्यूसर कंपनीज़ इन्हां दे उत्ते कंपनीज़ एक्ट 2013 अप्लाई किया जाता है। हुण कुछ ऑब्जेक्टिव्स देख लैंदे आ कंपनीज़ एक्ट 2013 दे। पहला है रेगूलेट करता है फॉर्मेशन एंड फंक्शनिंग एंड क्लोजर ऑफ द कंपनीज़ किद्दां फॉर्म कीतियां जाऊगियां मतलब बनाईयां जाऊगियां, किद्दां उन्हां नूं चलाया जाएगा ते किद्दां उन्हां नूं बंद किया जाएगा इन केस उन्होंने क्लोज करना है उस कंपनी नूं। ये सब चीज़ां कौन देखता है? कंपनीज़ एक्ट 2013 देखता है। प्रिस्क्राइब करता है रूल्स फॉर इशूज़ ऑफ शेयर्स, ठीक है। ये की चीज़ां मैंशन की जाती कि रिगार्डिंग रूल्स प्रोवाइड किए जाते हैं, जो भी शेयर्स आप इशू करने वो रिगार्डिंग, डायरैक्टर्स की अपॉइंटमेंट करनी है वो रिगार्डिंग, प्रिपरेशन करनी है फाइनैशियल स्टेटमेंट्स की वो रिगार्डिंग रूल्स ये होंगे है, और कॉरपोरेट गवर्नेंस के रिगार्डिंग ये रूल्स होंगे है। सो ये हो गए वो ऑब्जेक्टिव्स। नैक्सट है साढ़े कोल अकाउंटिंग रिलेटिड प्रोविजनस। हुण आ जड़ियाँ प्रोविजनस है ना, ये कंपनीज़ एक्ट 2013 दियाँ ही है। कुछ सैक्शनस है जो इंपॉर्टेंट है, तुहानूं याद रखने, क्वेश्चन इन्हां दे विचों भी बन के आ सकता है डायरैक्ट, और फ्री दे नंबर होंगे अगर तुहानूं ये याद रहे। पहला है बुक्स ऑफ अकाउंट्स किहदे विच मैंशन है, सैक्शन 128 कंपनीज़ एक्ट 2013 दे विच मैंशन है। फाइनैशियल स्टेटमेंट मतलब P&L, ट्रेडिंग अकाउंट, बैलेंस शीट, ये किहदे विच मैंशन है, सैक्शन 129 ऑफ कंपनीज़ एक्ट 2013। ऑडिट ऑफ अकाउंट्स नूं ऑडिट करवाने की प्रोविजन किहड़े सैक्शन दे विच है, वो है सैक्शन 139 to 148, ठीक है। डेप्रीसीएशन रूल्स मतलब केड़ा मैथड आप यूज़ करांगे, ये वाला चैप्टर भी आप डिटेल दे विच करांगे, इंपॉर्टेंट है, ठीक है। रिटन डाउन वैल्यू मैथड, सिंपल मैथड, सिंकिंग फंड मैथड, केड़ा मैथड आप यूज़ करांगे डेप्रीसीएशन रूल्स वास्ते, ठीक है। एसेट्स की वैल्यू किद्दां कैलकुलेट करांगे, ये सब चीज़ की जिहड़ी डिटेल या फिर रूल्स आ वो किहड़े स्कैड्यूल दे विच गिवन है, स्कैड्यूल दे विच, ठीक है। कंपनीज़ एक्ट 2013 की ही गल चल रही है, होर कोई एक्ट नहीं है इत्थे। फाइनल अकाउंट्स दे फॉर्मेट मतलब P&L का फॉर्मेट, बैलेंस शीट का ये कौन दसूगा, स्कैड्यूल 3 दसूगा 2013 कंपनीज़ एक्ट 2013। डायरैक्टर्स की रिपोर्ट कौन दसेगा, सैक्शन 134। डिविडेंड डिक्लेरेशन कितना डिविडेंड किनू देना है, वो वाले रूल्स कौन दसूगा, सैक्शन 123। हुण ये चीज़ां नोट कर लेना, इंपॉर्टेंट सैक्शनस ने कंपनीज़ एक्ट, क्योंकि इत्थे कंपनीज़ एक्ट की गल आई तो मैं कंपनीज़ एक्ट के जिन्ने भी रिलेटिड प्रोविजनस वगैरह से मैं सब मैंशन करती हाँ। हुण अगे है इफ़ यू आर स्टडिंग कंपनीज़ फाइनल अकाउंट, अगर तुसीं कंपनी के फाइनल अकाउंट्स नूं स्टडी कर रहे हो तो तुसीं सिर्फ केड़ा एक्ट अप्लाई करोगे, कंपनीज़ एक्ट 2013, ठीक है। बट फॉर सोल ट्रेडर वास्ते इदा का कुछ भी नहीं है, वो सिर्फ बेसिक अकाउंटिंग प्रिंसिपल्स और जनरल कमर्शियल लॉज के उत्ते काम करता है, जो आप फर्स्ट चैप्टर दे विच पढ़े अकाउंटिंग प्रिंसिपल्स उन्हां दे उत्ते। हुण अगे देखते हैं फाइनल अकाउंट्स के कॉम्पोनेंट्स। देखो कॉम्पोनेंट्स दोनों वास्ते सेम ही है, चाहे वो पार्टनरशिप फॉर्म है तो चाहे वो सोल ट्रेडर है, ठीक है। बट पार्टनरशिप फॉर्म दे विच एक जिहड़ा अकाउंट है वो एक्सट्रा है, बाकी सब चीज़ां सेम है। तो पहला आप अज करांगे सोल ट्रेडर वास्ते, कल या फिर जिहड़ा नैक्सट लैक्चर आएगा उहदे विच आपां करांगे पार्टनरशिप वास्ते। हुण देख लो सब तो पहला कॉम्पोनेंट्स। हुण कॉम्पोनेंट्स नूं दो पार्ट्स विच डिवाइड किया गया, पहला है इनकम स्टेटमेंट, दूजा है पोजीशन स्टेटमेंट। इनकम स्टेटमेंट दे विच दो अकाउंट्स आउगे, ट्रेडिंग अकाउंट और P&L अकाउंट। पोजीशन स्टेटमेंट दे विच सिर्फ और सिर्फ क्या आती है, बैलेंस शीट, जो फाइनैशियल पोजीशन दसदी है कंपनी या फिर सोल ट्रेडर या फिर पार्टनरशिप, ठीक है। नैक्सट है सब तो पहला साढ़े कोल आंदा है ट्रेडिंग अकाउंट का पर्पज़ की है, पहला ये देख लेंगे आ। ट्रेडिंग अकाउंट कैलकुलेट करता है ग्रोस प्रॉफिट और ग्रोस लॉस, ठीक है। GP और GL का पता सानू कित्थों लगता है, ट्रेडिंग अकाउंट तो, जिहदे विच जो आप कित्थों निकालते हैं, बाइंग एंड सैलिंग ऑफ गुड्स। हुण ट्रेडिंग अकाउंट का मतलब की है, ट्रेड करना, गुड्स और सर्विसेज दे विच डील करना, बाइंग और सैलिंग ऑफ गुड्स दे विच डील करके आप की निकालांगे, ग्रोस प्रॉफिट और ग्रोस लॉस। हुण इहदी इक्वेशन देख लो, जो वेरी इंपॉर्टेंट इहदे उत्ते क्वेश्चनस तो बनते ही बनते, और मैं देखे भी है प्रीवियस ईयर। इन द फॉर्म ऑफ इक्वेशन GP आप कितना निकालांगे, सेल्स
GP इज इक्वल्स टू सेल्स माइनस कॉस्ट ऑफ गुड्स सोल्ड, और कॉस्ट ऑफ गुड्स सोल्ड ਨੂੰ ਆਪਾਂ COGS ਵੀ ਬੋਲਦੇ ਹਾਂ। ठीक है, ਹੁਣ COGS ਕਿੱਦਾਂ ਨਿਕਾਲਾਂਗੇ? GP ਇੱਥੇ ਹੀ ਰਹੇਗਾ, इज इक्वल्स टू सेल्स माइनस करना है ओपनिंग स्टॉक। COGS की वैल्यू कितने निकलती है? ओपनिंग स्टॉक प्लस नैट परचेजेस। हूँ नैट परचेजेस की होंगी टोटल परचेजेस चो परचेज रिटर्न माइनस करना है। ठीक है, टोटल परचेजेस जिन्नियां भी हुई होंगियां उहदे विचों जिन्ना तुसीं परचेजेस नूं रिटर्न किया होएगा वो माइनस करके तुहाडे कोल नैट परचेजेस आओगे। ओपनिंग स्टॉक दे विच नैट परचेजेस नूं ऐड करना है। डायरैक्ट एक्सपेंसिस जो प्रोडक्शन दे विच डायरैक्टली यूज़ किए गए हैं वो वाले एक्सपेंसिस ऐड करने हैं, माइनस करोगे क्लोजिंग स्टॉक। ठीक है, ये होंगी है COGS की वैल्यू। तुसी आ फॉर्मूला याद रखना है, GP इज इक्वल्स टू सेल्स माइनस ओपनिंग स्टॉक प्लस नैट प्रॉफिट सॉरी नैट परचेजिस, डायरैक्ट एक्सपेंसिस में ऐड करना माइनस करना क्लोजिंग स्टॉक। नैक्सट देखो, जो मैं इस इक्वेशन को रीअरेंज करूँगी, सेल्स माइनस का साइन ब्रैकेट के बाहर है। देखो सिर्फ तुहानूं समझाने लिए कि ट्रेडिंग अकाउंट दी साइड्स किद्दां डिफाइन कीतियां गई हैं, फिर बाकी तुसी सिर्फ जो चीज़ याद रखनी है वो आही याद रखनी है, आ वाला फॉर्मूला। ठीक है, और अगे मैं ये डेरीवेशन तुहानूं दस्सण लगी हाँ। हुण सेल्स के बाहर माइनस का साइन है, जो तुसी ब्रैकेट ओपन करोगे ना तो माइनस प्लस माइनस हो जाएगा। ठीक है, माइनस प्लस माइनस हो जाएगा, माइनस माइनस प्लस हो जाएगा। जो भी साइन ब्रैकेट के बाहर अगर माइनस का साइन होंदा तो अंदर वाले साइन की हो जाते चेंज हो जाते हैं। हुण देखो इक्वेशन की बनेगी, GP तो इत्थे ही रहेगा, सेल्स माइनस ओपनिंग स्टॉक हो जाएगा, परचेजिस मैं नैट परचेजिस प्लस कीतियां सी, बाहर माइनस का साइन से, तो जो मैं ब्रैकेट ओपन की अंदर माइनस हो गया, फिर माइनस डायरैक्ट एक्सपेंसिस हो गया प्लस क्लोजिंग स्टॉक हो गया। मतलब बाहर अगर ब्रैकेट के बाहर अगर माइनस का साइन है तो अंदर वाले साइन की हो जाओगे, ऑपोजिट हो जाओगे। हुण अगे देखो, अगर मैं इनू रीअरेंज करा फर्दर तो GP तो इत्थे ही है। ठीक है, GP कित्थे? लैफ्ट हैंड साइड पर। तो जो मैं ओपनिंग स्टॉक में इधर ले आई वो हो जाएगा प्लस, क्योंकि माइनस का सी। नैट परचेजिस में इधर ले आऊँगी हो जाएगा प्लस, माइनस का सी। डायरैक्ट एक्सपेंसिस भी मैं लैफ्ट हैंड साइड पर ले आऊँगी, वो भी की हो जाएगा प्लस, क्योंकि माइनस का सीगा राइट हैंड साइड पर। क्लोजिंग स्टॉक मैं उधर ही रहन दूँगी तो सेल्स उधर ही रह जूगी, वो हो जाऊगा सेल्स प्लस क्लोजिंग स्टॉक। ठीक है, तो हुण देखो जी लैफ्ट हैंड साइड होएगी ना वो मैनू की दसेगी? डैबिट साइड दसेगी ट्रेडिंग अकाउंट का। ਇਹਦਾ कोई सम ਦੇ ਵਿੱਚ ਇਹਦਾ कोई ਲੈਣਾ देना नहीं है। जो प्रैक्टिकल आया ਇਹਦੇ ਵਿੱਚ ਇਹ वाली इक्वेशन का कोई ਲੈਣਾ देना नहीं है। सिर्फ और सिर्फ मैं ਤੁਹਾਨੂੰ ट्रेडिंग अकाउंट समझाने ਲਈ ਦੱਸ ਰਹੀ ਹਾਂ कि ये डेरीवेशन करांगे तो लैफ्ट हैंड साइड वाली जिन्नी साइड है वो सिर्फ वो सारी कित्थे आएगी? डैबिट वाली साइड। तो सेल्स प्लस क्लोजिंग स्टॉक मतलब राइट हैंड साइड वाली जिन्नी भी चीज़ां वो सारियां कित्थे आऊगियां? क्रेडिट वाली साइड। ठीक है, तो तुहानूं सिर्फ और सिर्फ ये इक्वेशन याद रखनी है, सेल्स माइनस ओपनिंग स्टॉक प्लस नैट परचेजिस प्लस डायरैक्ट एक्सपेंसिस माइनस क्लोजिंग स्टॉक। मैं तुहानूं ये अगे प्रैक्टिकल भी है वो करवाऊँगी, तुहानूं ज़्यादा समझ आऊगा। हुण देखो ट्रेडिंग अकाउंट का फॉर्मेट कि ट्रेडिंग अकाउंट भी कदों बनता है? एट द एंड ऑफ द ईयर। ठीक है, हुण इत्थे आपां एग्जाम्पल है 31 मार्च 2024 नूं आपां बना रहे हैं। डैबिट दे साइड, क्रेडिट साइड। सब तो पहला स्टार्टिंग कित्थों करोगे? ओपनिंग स्टॉक तो, क्योंकि तुहानूं फॉर्मेट दे विच क्वेश्चन नहीं आएगा, क्वेश्चन आएगा इक्वेशन दे विच, इस करके मैं तुहानूं डेरीवेशन समझाई है। हुण जिन्नी भी साडी लैफ्ट हैंड साइड सीगी आ देखो GP, ओपनिंग स्टॉक, नैट परचेजिस, डायरैक्ट एक्सपेंसिस, ये सारी आपां इत्थे शो करांगे डैबिट वाली साइड। टू परचेजिस लिखा, टू परचेजिस के विचों परचेज रिटर्न माइनस करोगे वो इत्थे आएगा, वो की होएगी? नैट परचेजिस। हुण जिन्ने भी साडे डायरैक्ट एक्सपेंसिस वो सारे इत्थे आ जाओगे। एक बार तुसीं डायरैक्ट एक्सपेंसिस ते नज़र मार लेना, 3-4 ऑप्शनस दे के वो डायरैक्ट एक्सपेंस भी पूछ सकते हैं तुहाडे तो। ठीक है, हुण डायरैक्ट एक्सपेंसिस देख लो, कैरेज इनवर्ड। कैरेज इनवर्ड मतलब कि थोड़े गुड्स नूं लियान दा खर्चा, ट्रांसपोर्ट का खर्चा जिहड़ा हुंदा वो कैरेज इनवर्ड हो जाता है। इनवर्ड मतलब परचेजिज आई हैं इस करके मैं खर्चा दिता है, तो वो मेरा हो जाएगा डायरैक्ट एक्सपेंसिस, रॉ मटीरियल जिहड़े आए हैं तुहाडे कोल। उस तो बाद वेजिज, जे वेजिज लिखा है तो दूसरी चीज़ अगर वेजिज और सैलरी लिखा है तो भी वो की है? डायरैक्ट एक्सपेंस है। बट अगर तुहाडे कोल लिखा हुंदा सैलरीज एंड वेजिज तो वो इनडायरैक्ट एक्सपेंस हो जाता। पहला जो चीज़ लिखी है, जो पहला वेजिस लिखी है तो वो डायरैक्ट एक्सपेंस, जो पहला सैलरीज लिखी है तो वो इनडायरैक्ट एक्सपेंस। ठीक है, फ्यूल एंड पावर,
तेल वगैरह जो भी चीज़ मशीनरी ਨੂੰ ਚਲਾਉਣ ਵਾਸਤੇ ਚਾਹੀਦਾ ਹੈ। ਮੈਨੂਫੈਕਚਰਿੰਗ ਔਰ ਪ੍ਰੋਡਕਸ਼ਨ ਐਕਸਪੈਂਸਿਸ, ਜਿੰਨੇ ਵੀ ਪ੍ਰੋਡਕਸ਼ਨ ਐਕਸਪੈਂਸਿਸ ਆ ਉਹ ਕੋਲ, ਵਾਟਰ ਐਂਡ ਗੈਸ, ਮੋਟਿਵ ਪਾਵਰ, ਫੈਕਟਰੀ ਦੀ ਲਾਈਟਨਿੰਗ ਦਾ ਖਰਚਾ, ਔਕਟ੍ਰੋਈ ਡਿਊਟੀ, ਇੰਪੋਰਟ ਡਿਊਟੀ, ਕਸਟਮ ਡਿਊਟੀ, ਐਕਸਾਈਜ਼ ਡਿਊਟੀ, ਜਿੰਨੀ ਵੀ ਡਿਊਟੀਆਂ ਉਹ ਸਾਰੀਆਂ ਡਾਇਰੈਕਟ ਐਕਸਪੈਂਸਿਸ ਹੁੰਦੀਆਂ ਉਹ ਸਾਰੀਆਂ ਟ੍ਰੇਡਿੰਗ ਅਕਾਊਂਟ 'ਚ ਆएंगे। ਕੰਜ਼ਿਊਮੇਬਲ ਸਟੋਰਸ, ठीक है। फैक्ट्री रेंट्स एंड रेट एंड टैक्सीज, फैक्ट्री रेंट बोल रहे हैं, ऑफिस रेंट बोलन तो वो इंडायरैक्ट एक्सपेंस है, वो P&L च जाओगे, वो अगे करांगे। फोरमैन वर्कर्स मैनेजर सैलरी, हुण इत्थे सैलरी है तो थोड़े माइंड च आ सकता है कि ये तो इंडायरैक्ट हो जाएगा, पर ये कहता है फोरमैन सैलरी है। फोरमैन सैलरी कित्थे आंदी है? डायरैक्ट एक्सपेंसिस दे विच आएगी। अदर डायरैक्ट चार्जिस जिन्ने भी आ वो साडे डायरैक्ट एक्सपेंसिस दे विच आ जाओगे। हुण देखते हैं आपां क्रेडिट वाली साइड। डायरैक्ट एक्सपेंसिस के उत्ते प्लीज़ फोकस करना, क्योंकि 3-4 ऑप्शनस दे के एक जड़ा है वो ओड ऑप्शन दे दूगे तो पूछोगे केड़ा डायरैक्ट एक्सपेंस है या केड़ा डायरैक्ट एक्सपेंस नहीं है, तो ये ते ध्यान रखना। उस तो बाद है क्रेडिट वाली साइड, मैं पाऊँगी सेल्स भी मैं किहड़ियां लैनियां? नैट सेल्स लैनियां। नैट सेल्स किदा निकालांगे? सेल्स माइनस सेल्स रिटर्न। फिर क्लोजिंग स्टॉक पा दोगे। हुण जे क्रेडिट साइड ज़्यादा है डेबिट साइड तो बैलेंसिंग फिगर कित्थे आएगी? अपनी डेबिट साइड, तो उस बैलेंसिंग फिगर नूं आपां बोलांगे ग्रोस प्रॉफिट। ठीक है, मैं इत्थे लिख दिंदी हां, अगर क्रेडिट साइड ज़्यादा है डेबिट साइड तो बैलेंसिंग फिगर आएगी डेबिट साइड, तो उहदा नाम होएगा ग्रोस प्रॉफिट, GP। ठीक है, तो जे क्रेडिट साइड लैस दैन है डेबिट साइड ते, क्रेडिट साइड मतलब घट है डेबिट साइड तो बैलेंसिंग फिगर आएगी क्रेडिट वाली साइड, तो वह नाम होएगा ग्रोस लॉस। मतलब अगर तुहाडे खर्चे ज़्यादा है, इनकम घट है, तो तुहाडा ग्रोस लॉस आएगा। जे तुहाडे इनकम ज़्यादा है मतलब क्रेडिट साइड ज़्यादा है डेबिट साइड घट है, तो तुहाडा ग्रोस प्रॉफिट आएगा। ठीक है, हुण देखते हैं अगे। होप तुहानूं आ सारा कॉन्सैप्ट क्लीयर है। नैक्सट देख लो, अगर ग्रोस लॉस है तो तुसीं आ चीज़ां याद रखना। ठीक है, अगर तुहानूं ऑप्शन दे विच दिता है कि सेल्स इज़ ग्रेटर दैन COGS, तो तुहाडा की आएगा? GP आएगा, क्योंकि ये क्रेडिट साइड ग्रेटर दैन डेबिट साइड। ओके, अगर COGS इज़ ग्रेटर दैन सेल्स, ਇਹਦਾ मतलब कि डेबिट साइड इज़ ग्रेटर दैन क्रेडिट साइड, तो तुहाडे को क्या आएगा? लॉस आएगा, तो ग्रोस लॉस हो जाएगा। ठीक है, तो पहला तुसी अगर GP निकालना है इक्वेशन दे विच तो सेल्स दे विचों COGS माइनस करोगे, अगर ग्रोस लॉस निकालना है तो तुसी COGS चों सेल्स माइनस करो। हुण ना कई बारी इदां हो सकदा तुहानूं क्वेश्चन दे विच GP की वैल्यू दी हुई, सेल्स की वैल्यू दी हुई, तो बोलिया होए COGS निकाल लो, तो तुसी ईजली निकाल लोगे। तो तुहानूं ये जिहड़ी इक्वेशन है याद होनी चाहिए है। हुण जे उन्होंने GP की वैल्यू दी है तो सेल्स की वैल्यू दी है, COGS निकालना, तो किद्दां निकालोगे? डेरिवेशन की करोगे इहदी कि COGS नूं तुसीं लै जाओगे लैफ्ट हैंड साइड, तो हो जाएगा पॉजिटिव दे विच, ते सेल्स नूं उत्थे ही रहन दोगे, तो GP चला जाएगा राइट हैंड साइड दे विच, हो जाएगा माइनस दे विच। तो जो तुसीं COGS की वैल्यू निकालनी है तो सेल्स के विचों GP नूं माइनस कर दोगे। ठीक है, इदां क्वेश्चन दे विचों क्वेश्चन बन के आ सकता है। जिद्दां हुण आपां सिर्फ इक्वेशन कीती सी GP वास्ते, बट हो सकता है COGS की वैल्यू पूछ लैन। ठीक है, हुण अगर ग्रोस लॉस दिता है तो तुसीं COGS पहला रखोगे, सेल्स माइनस करोगे। हुण इत्थे भी इदां ही कि अगर तुहानूं दो चीज़ां, दो वेरीएबल्स दिते हैं तो एक दिन निकालण नूं कहा तो तुसीं लैफ्ट हैंड साइड राइट हैंड साइड ले जाके उसकी वैल्यू निकाल दोगे। ठीक है, होप तुहानूं ये चीज़ क्लीयर है। उस बाद एग्जाम्पल देख लेंगे एक बारी। ओपनिंग स्टॉक गिवन है 4800, परचेजेस गिवन है 2800, डायरेक्ट एक्सपेंसेस गिवन है 15,11,0, क्लोजिंग स्टॉक गिवन है 5200, सेल्स गिवन है 47070। हुण COGS सब तो पहला था GP निकालन का फॉर्मूला की होंदा है? GP इज इक्वल्स टू सेल्स माइनस COGS। ठीक है, हुण सानू COGS चाहिए, COGS की वैल्यू निकाल लांगे। ओपनिंग स्टॉक 4800, परचेजेस प्लस कराएंगे 2800, डायरेक्ट एक्सपेंसेस प्लस कराएंगे 15,110, माइनस करोगे तुसी क्लोजिंग स्टॉक जो है 5200, तो तुहाडे कोल आएगा 35,510 रुपीज़। ये तुहाडे हो गए COGS की वैल्यू। हुण GP निकालना है तो सेल्स तुहानूं गिवन है 470, जे तुहानूं परचेज रिटर्न नहीं गिवन तो सेल्स रिटर्न नहीं गिवन, तो तुसी जो भी गिवन है उन्होंने ही नैट परचेजेस और नैट सेल्स मनोगे। ठीक है,
ਤਾਂ ਸੇਲਸ ਦੇ ਵਿੱਚੋਂ COGS ਮਾਈਨਸ ਕਰਨਾ ਹੈ। ਸੇਲਸ ਕਿੰਨੀ ਹੈ ਸਾਡੀ 47070 ਮਾਈਨਸ ਕਰੋਗੇ COGS 35510, ਤੁਹਾਡੇ ਕੋਲ ਵੈਲਿਊ ਆਏਗੀ 11,560 ਰੁਪੀज़। ਇਹ ਤੁਹਾਡਾ ਗ੍ਰੋਸ ਪ੍ਰੋਫਿਟ ਹੋਏਗਾ। ਠੀਕ ਹੈ, ਹੁਣ ਇੱਦਾਂ ਹੀ ਅਗਰ ਤੁਹਾਨੂੰ 2 ਵੇਰੀਏਬਲਸ ਦਿੱਤੇ ਹੋਣ, ਇੱਕ ਨਾ ਦਿੱਤਾ ਹੋਏ, ਤਾਂ ਤੁਸੀਂ ਈਜ਼ਲੀ ਨਿਕਾਲ ਲਓਗੇ ਜੋ ਤੁਹਾਨੂੰ ਉੱਪਰ ਦੱਸਿਆ। ਹੁਣ ਦੇਖ ਲਓ ਇੱਕ ਵਾਰੀ ਡਿਟੇਲ ਸਟੱਡੀ ਜੋ ਵੀ ਆਈਟਮਸ ਟ੍ਰੇਡਿੰਗ ਅਕਾਊਂਟ ਦੇ ਵਿੱਚ ਆ ਰਹੀਆਂ, ਕੁਝ ਇੰਪੋਰਟੈਂਟ ਪੁਆਇੰਟਸ ਆ ਉਹ ਦੇਖ ਲੈਂਦੇ ਇੱਕ ਵਾਰੀ, ਅਤੇ P&L ਔਰ ਬੈਲੈਂਸ ਸ਼ੀਟ ਆਪਾਂ ਕੱਲ ਕਰਾਂਗੇ। ਠੀਕ ਹੈ, ਓਪਨਿੰਗ ਸਟਾਕ ਹੈ। ਓਪਨਿੰਗ ਸਟਾਕ ਕੀ ਹੁੰਦਾ, ਟਰਾਇਲ ਬੈਲੈਂਸ ਦੇ ਵਿੱਚ ਗਿਵਨ ਹੁੰਦਾ। ਇਹ ਫਿਗਰ ਕਿੱਥੇ ਗਿਵਨ ਹੁੰਦੀ ਹੈ, ਟਰਾਇਲ ਬੈਲੈਂਸ ਦੇ ਵਿੱਚ। ਅਗਰ ਨਿਊ ਬਿਜ਼ਨਸ ਹੈ ਤਾਂ ਨਿਊ ਬਿਜ਼ਨਸ ਦਾ ਕੋਈ ਵੀ ਓਪਨਿੰਗ ਸਟਾਕ ਨਹੀਂ ਹੋਏਗਾ, ਇਹ ਇੰਪੋਰਟੈਂਟ ਚੀਜ਼ ਹੈ। ਅਗਰ ਬਿਜ਼ਨਸ ਨਵਾਂ ਸਟਾਰਟ ਕੀਤਾ ਗਿਆ ਤਾਂ ਉਹਦਾ ਕੋਈ ਵੀ ਓਪਨਿੰਗ ਸਟਾਕ ਨਹੀਂ ਹੋਏਗਾ। ਓਪਨਿੰਗ ਸਟਾਕ ਦੇ ਵਿੱਚ ਹੁੰਦਾ ਕੀ ਹੈ, ਇਹ ਪੁੱਛਿਆ ਜਾ ਸਕਦਾ, ਇਹ 'ਚੋਂ MCQ ਪੁੱਛਿਆ ਜਾ ਸਕਦਾ ਕਿ ਓਪਨਿੰਗ ਸਟਾਕ ਦੇ ਵਿੱਚ ਕੀ ਪਾਰਟਸ ਹੁੰਦੇ। ਪਹਿਲਾ ਹੁੰਦਾ ਰॉ ਮਟੀਰੀਅਲ, ਫਿਰ ਹੁੰਦਾ ਵਰਕ ਇਨ ਪ੍ਰੋਗਰੈਸ, ਫਿਰ ਹੁੰਦਾ ਫਿਨਿਸ਼ ਗੁੱਡ। ਇਹ ਚੀਜ਼ ਤੁਸੀਂ ਇੰਪੋਰਟੈਂਟ ਹੈ, ਯਾਦ ਰੱਖਣੀ ਹੈ। ਨੈਕਸਟ ਦੇਖ ਲੈਂਦੇ ਇੱਕ ਵਾਰੀ ਪਰਚੇਜ਼ਸ ਦੇ ਵਿੱਚ ਦੋਨੋਂ ਪਰਚੇਜ਼ਸ ਇੰਕਲੂਡ ਹੋਊਗੀ, ਕੈਸ਼ ਵੀ ਅਤੇ ਕ੍ਰੈਡਿਟ ਵੀ, ਮਤਲਬ ਕੈਸ਼ ਵਾਲੀ ਵੀ ਉਧਾਰ ਵਾਲੀ ਵੀ, ਦੋਨੋਂ ਇੰਕਲੂਡ ਹੋਊਗੀ। ਠੀਕ ਹੈ, ਬਟ ਪਰਚੇਜ਼ ਰਿਟਰਨ ਔਰ ਡਿਸਕਾਊਂਟ ਔਨ ਪਰਚੇਜ਼ਸ ਇਫ ਐਨੀ, ਕਹਿੰਦੇ ਅਗਰ ਪਰਚੇਜ਼ ਰਿਟਰਨ ਹੈ ਪਰਚੇਜ਼ਸ ਦੇ ਉੱਤੇ ਅਤੇ ਕੋਈ ਵੀ ਡਿਸਕਾਊਂਟ ਹੈ ਪਰਚੇਜ਼ਸ ਦੇ ਉੱਤੇ, ਤਾਂ ਤੁਸੀਂ ਉਹਨੂੰ ਲੈਸ ਕਰੋਗੇ, ਪਰਚੇਜ਼ਸ ਦੇ ਵਿੱਚੋਂ ਡਿਡਕਟ ਹੋਊਗੀ। ਜਦੋਂ ਮੈਂ ਲਿਖਦੀ ਹਾਂ ਟੂ ਪਰਚੇਜ਼ਸ, ਠੀਕ ਹੈ, ਟ੍ਰੇਡਿੰਗ ਅਕਾਊਂਟ ਦੀ ਡੈਬਿਟ ਵਾਲੀ ਸਾਈਡ, ਤਾਂ ਉਹਦੇ ਵਿੱਚੋਂ ਪਰਚੇਜ਼ ਰਿਟਰਨ ਮਾਈਨਸ ਕਰੋਗੇ। ਅਗਰ ਇਫ ਐਨੀ ਡਿਸਕਾਊਂਟ ਵੀ ਹੈ ਤਾਂ ਫਿਰ ਉਹਨੂੰ ਵੀ ਮਾਈਨਸ ਕਰੋਗੇ, ਤਾਂ ਜੋ ਚੀਜ਼ ਆਏਗੀ ਉਹ ਨੈਟ ਪਰਚੇਜ਼ਸ ਆਏਗੀ। ਠੀਕ ਹੈ, ਹੁਣ ਗੁੱਡਸ ਪਰਚੇਜ਼ਡ ਬਟ ਇਨ ਟ੍ਰਾਂਜ਼ਿਟ, ਗੁੱਡ ਤੁਸੀਂ ਪਰਚੇਜ਼ ਕਰ ਲਿਆ ਬਟ ਹਜੇ ਰਸਤੇ ਵਿੱਚ ਹੈ, ਤੁਹਾਡੇ ਕੋਲ ਆਏ ਨਹੀਂ, ਪਹੁੰਚੇ ਨਹੀਂ, ਟਰਾਂਸਪੋਰਟ ਦੇ ਵਿੱਚ ਹੈ। ਨੋਟ ਅਫੈਕਟ ਟ੍ਰੇਡਿੰਗ ਅਕਾਊਂਟ, ਇਹ ਟ੍ਰੇਡਿੰਗ ਅਕਾਊਂਟ ਨੂੰ ਅਫੈਕਟ ਨਹੀਂ ਕਰੇਗਾ, ਇਹ ਇੰਪੋਰਟੈਂਟ ਚੀਜ਼ ਹੈ। ਠੀਕ ਹੈ, ਤਾਂ ਇਹਦੀ ਤੁਸੀਂ ਇੱਕ ਵਾਰੀ ਐਂਟਰੀ ਦੇਖ ਲਓ। ਗੁੱਡਸ ਇਨ ਟ੍ਰਾਂਜ਼ਿਟ ਕੀ ਹੋਊਗਾ, ਤੁਹਾਡਾ ਐਸੈਟ ਹੋਗਾ ਕਿਉਂਕਿ ਤੁਹਾਡੇ ਕੋਲ ਆਉਣ ਵਾਲੀ ਆ ਉਹ ਚੀਜ਼, ਤਾਂ ਉਹ ਹੋ ਜਾਊਗਾ ਡੈਬਿਟ। ਅਤੇ ਸਪਲਾਇਰਸ ਅਕਾਊਂਟ, ਕਿਉਂਕਿ ਉਹਨੂੰ ਤੁਸੀਂ ਮਨੀ ਪੇ ਕਰਨੀ ਹੈ, ਪੈਸੇ ਪੇ ਕਰਨੇ ਹੈ, ਤਾਂ ਉਹ ਤੁਹਾਡੀ ਹੋ ਜਾਏਗੀ ਲਾਇਬਿਲਿਟੀ, ਤਾਂ ਸਪਲਾਇਰ ਅਕਾਊਂਟ ਹੋ ਜਾਏਗਾ ਡੈਬਿਟ। ਠੀਕ ਹੈ, ਬਟ ਤੁਸੀਂ ਯਾਦ ਕੀ ਰੱਖਣਾ, ਇਹਦੇ ਵਿੱਚ ਯਾਦ ਰੱਖਣਾ ਹੈ ਕਿ ਗੁੱਡਸ ਇਨ ਟ੍ਰਾਂਜ਼ਿਟ ਹੈ ਜਿਹੜੇ, ਉਹ ਟ੍ਰੇਡਿੰਗ ਅਕਾਊਂਟ ਨੂੰ ਅਫੈਕਟ ਨਹੀਂ ਕਰੂਗੇ। ਜੇ ਉਹ ਅਫੈਕਟ ਨਹੀਂ ਕਰੂਗੇ ਤਾਂ ਉਹ ਟ੍ਰੇਡਿੰਗ ਅਕਾਊਂਟ ਦੀ ਕਿਸੇ ਵੀ ਸਾਈਟ ਦੇ ਉੱਤੇ ਪੋਸਟ ਨਹੀਂ ਕੀਤੇ ਜਾਊਗੇ। ਠੀਕ ਹੈ, ਇਹ ਹੈ ਇਹਦਾ ਮਤਲਬ। ਨੈਕਸਟ ਹੈ ਗੁੱਡਸ ਪਰਚੇਜ਼ ਫॉर ਪਰਸਨਲ ਯੂਜ਼, ਇਹ ਡਰਾਇੰਗਸ ਹੁੰਦੀ ਹੈ। ਡਰਾਇੰਗਸ ਦਾ ਟ੍ਰੀਟਮੈਂਟ ਕਿੱਥੇ ਕੀਤਾ ਜਾਂਦਾ ਹੈ, ਬੈਲੈਂਸ ਸ਼ੀਟ ਦੇ ਵਿੱਚ ਕੀਤਾ ਜਾਂਦਾ ਹੈ। ਠੀਕ ਹੈ, ਇਹਦਾ ਟ੍ਰੀਟਮੈਂਟ ਟ੍ਰੇਡਿੰਗ ਅਕਾਊਂਟ ਦੇ ਵਿੱਚ ਨਹੀਂ ਕੀਤਾ ਜਾਂਦਾ। ਜੇ ਤੁਹਾਨੂੰ ਕਨਫਿਊਜ਼ ਕਰਨ ਲਈ ਇਨਫੋਰਮੇਸ਼ਨ ਦੇ ਦੇਣ ਔਰ ਡਾਇਰੈਕਟ ਐਕਸਪੈਂਸਿਸ ਦੇ ਨਾਲ ਕਿ ਗੁੱਡਸ ਫॉर ਪਰਸਨਲ ਯੂਜ਼, ਤਾਂ ਤੁਸੀਂ ਉਹਨੂੰ ਐਕਸਕਲੂਡ ਕਰੋਗੇ, ਇਨਕਲੂਡ ਨਹੀਂ ਕਰਨਾ। ਠੀਕ ਹੈ, ਇਹਦੀ ਇੱਕ ਵਾਰੀ ਐਂਟਰੀ ਦੇਖ ਲਓ, ਡਰਾਇੰਗ ਟੂ ਪਰਚੇਜ਼ਸ, ਵੈਸੇ ਇਹ ਮੈਂ ਕਰਵਾ ਚੁੱਕੀ ਹਾਂ। ਨੈਕਸਟ ਹੈ ਗੁੱਡਸ ਡਿਸਟਰੀਬਿਊਟਿਡ ਐਜ਼ ਸੈਂਪਲਸ, ਜੋ ਸੈਂਪਲਸ ਵਾਸਤੇ ਭੇਜੇ ਉਹ ਤੁਹਾਡਾ ਖਰਚਾ ਹੈ, ਉਹ ਹੋ ਜਾਊਗਾ ਐਡਵਰਟਾਈਜ਼ਮੈਂਟ, ਹੈ ਨਾ, ਅਤੇ ਇਹ ਤੁਹਾਡਾ ਇਨਡਾਇਰੈਕਟ ਖਰਚਾ ਹੈ, ਤਾਂ ਇਹ ਕਿੱਥੇ ਜਾਊਗਾ, P&L ਦੇ ਵਿੱਚ ਜਾਊਗਾ, ਟ੍ਰੇਡਿੰਗ ਅਕਾਊਂਟ ਦੇ ਵਿੱਚ ਨਹੀਂ ਆਊਗਾ। ਅਤੇ ਹੁਣ ਜੇ ਤੁਹਾਨੂੰ ਇਨਫੋਰਮੇਸ਼ਨ ਦੇ ਵਿੱਚ ਇਹ ਵੀ ਚੀਜ਼ ਗਿਵਨ ਹੈ ਟ੍ਰੇਡਿੰਗ ਅਕਾਊਂਟ ਵਾਸਤੇ, ਤਾਂ ਤੁਸੀਂ ਇਹਨੂੰ ਵੀ ਨਹੀਂ ਲਵੋਗੇ, ਕੰਸੀਡਰ ਹੀ ਨਹੀਂ ਕਰੋਗੇ ਇਹਨੂੰ। ਗੁੱਡਸ ਡਿਸਟਰੀਬਿਊਟ ਐਜ਼ ਚੈਰਿਟੀ, ਇਹ ਮੈਂ ਸਾਰਾ ਟਰਾਇਲ ਬੈਲੈਂਸ ਵਿੱਚ ਡਿਟੇਲ ਦੇ ਵਿੱਚ ਕਰਵਾਇਆ, ਉਹ ਲੈਕਚਰਸ ਜ਼ਰੂਰ ਦੇਖੋ ਤੁਸੀਂ। ਠੀਕ ਹੈ, ਉਹੀ ਬੇਸ ਆ, ਉਹਦੇ ਨਾਲ ਹੀ ਤੁਹਾਨੂੰ ਅੱਗੇ ਵਾਲੀ ਚੀਜ਼ਾਂ ਸਮਝ ਆਉਣਗੀਆਂ। ਅਤੇ ਜਿਹੜੀਆਂ ਚੈਰਿਟੀ ਵਾਸਤੇ ਤੁਸੀਂ ਗੁੱਡਸ ਦਿੱਤੀਆਂ ਉਹ ਵੀ ਤੁਹਾਡਾ ਖਰਚਾ ਹੈ, ਤਾਂ ਉਹ ਵੀ ਤੁਸੀਂ ਐਜ਼ ਐਕਸਪੈਂਸ ਟ੍ਰੀਟ ਕਰੋਗੇ P&L ਦੇ ਵਿੱਚ। ਟ੍ਰੇਡਿੰਗ ਅਕਾਊਂਟ ਦੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਓਕੇ, ਹੁਣ ਆਉਂਦਾ ਸਾਡੇ ਕੋਲ ਕੰਜ਼ਿਊਮੇਬਲ ਸਟੋਰਸ। ਮੈਂ ਬਾਕੀ ਸਾਰੇ ਐਕਸਪੈਂਸਿਸ ਡਿਟੇਲ ਦੇ ਵਿੱਚ ਨਹੀਂ ਕਰਵਾਏ, ਬਟ ਇਹ ਕਰਵਾ ਰਹੀ ਹਾਂ ਕਿਉਂਕਿ ਇਹ ਇੰਪੋਰਟੈਂਟ ਨੇ, ਪੁੱਛਿਆ ਜਾ ਸਕਦਾ ਹੈ। ਠੀਕ ਹੈ, ਅਗਰ ਉਹ ਡੈਪਥ ਦੇ ਵਿੱਚ ਜਾਣ ਕੌਨਸੈਪਟ ਦੇ ਤਾਂ ਉਹ ਪੁੱਛ ਸਕਦੇ ਆ। ਤਾਂ ਦੇਖੋ ਕੰਜ਼ਿਊਮੇਬਲ ਸਟੋਰਸ ਕਿਹੜੇ ਐਕਸਪੈਂਸਿਸ ਹੁੰਦੇ ਹੈ ਜੋ ਕਿ ਮਸ਼ੀਨ ਨੂੰ ਚਲਾਉਣ ਵਾਸਤੇ ਯੂਜ਼ ਕੀਤੇ ਜਾਂਦੇ ਆ, ਜਾਂ ਮਸ਼ੀਨ ਨੂੰ ਰਾਈਟ ਕੰਡੀਸ਼ਨ ਸਹੀ ਰੱਖਣ ਵਾਸਤੇ ਯੂਜ਼ ਕੀਤੇ ਜਾਂਦੇ ਆ, ਉਹ ਵਾਲੇ ਐਕਸਪੈਂਸਿਸ ਨੂੰ ਆਪਾਂ ਬੋਲਦੇ ਹਾਂ ਕੰਜ਼ਿਊਮੇਬਲ ਸਟੋਰਸ। ਇਹਦੇ ਵਿੱਚ ਕੀ ਚੀਜ਼ਾਂ ਇੰਕਲੂਡ ਹੁੰਦੀਆਂ, ਇੰਜਨ ਆਇਲ, ਸੌਫਟ ਸੋਪ, ਕਾਟਨ ਵੇਸਟ, ਆਇਲ, ਗਰੀਸ ਵੇਸਟ, ਕੰਜ਼ਿਊਮ ਫੈਕਟਰੀਜ਼, ਇਹ ਸਭ ਚੀਜ਼ਾਂ ਇਹਦੇ ਵਿੱਚ ਇੰਕਲੂਡ ਹੁੰਦੀਆਂ। ਠੀਕ ਹੈ, ਹੁਣ ਤੁਹਾਡੇ ਕੋਲ ਇਹਦੇ ਉੱਤੇ MCQ ਵੀ ਪੁੱਛਿਆ ਜਾ ਸਕਦਾ, ਛੋਟੀ ਜਿਹੀ ਇਨਫੋਰਮੇਸ਼ਨ ਦੇ ਕੇ। ਓਪਨਿੰਗ ਬੈਲੈਂਸ ਦੇ ਦੂਗੇ ਸਟੋਰਸ ਦਾ। ਠੀਕ ਹੈ, ਔਰ ਉਹਦੇ ਵਿੱਚੋਂ ਤੁਹਾਨੂੰ ਪੁੱਛ ਸਕਦੇ ਆ ਕਿ ਸਟੋਰਸ ਕੰਜ਼ਿਊਮ ਡਿਊਰਿੰਗ ਦ ਈਅਰ ਕਿੰਨੇ ਨੇ। ਠੀਕ ਹੈ, ਜੇ ਤੁਹਾਨੂੰ ਇਹ ਇਨਫੋਰਮੇਸ਼ਨ ਗਿਵਨ ਹੈ, ਓਪਨਿੰਗ ਬੈਲੈਂਸ ਗਿਵਨ ਹੈ ਸਟੋਰਸ ਦਾ, ਉਹਦੇ ਵਿੱਚ ਤੁਸੀਂ ਐਡ ਕਰੋਗੇ ਪਰਚੇਜ਼ਸ ਜਿੰਨੀ ਵੀ ਤੁਸੀਂ ਪੂਰੇ ਸਾਲ ਦੇ ਵਿੱਚ ਕੀਤੀ ਹੋਏਗੀ ਕੰਜ਼ਿਊਮੇਬਲ ਸਟੋਰਸ ਦੀ। ਠੀਕ ਹੈ, ਸਿਰਫ ਔਰ ਸਿਰਫ ਇਹਨਾਂ ਚੀਜ਼ਾਂ ਦੀ। ਉਸ ਤੋਂ ਬਾਅਦ ਉਹਦੇ ਵਿੱਚ ਲੈਸ ਕਰ ਦੋਗੇ ਕਲੋਜ਼ਿੰਗ ਬੈਲੈਂਸ, ਜੋ ਵੀ ਸਟੋਰਸ ਦਾ ਕਲੋਜ਼ਿੰਗ ਬੈਲੈਂਸ ਹੋਏਗਾ ਉਹਨੂੰ ਮਾਈਨਸ ਕਰ ਦੋਗੇ, ਤਾਂ ਤੁਹਾਡੇ ਕੋਲ ਵੈਲਿਊ ਆਏਗੀ ਸਟੋਰ ਕੰਜ਼ਿਊਮ ਡਿਊਰਿੰਗ ਦ ਈਅਰ।
ठीक है। ਹੁਣ ਇਹਦੇ ਵਿੱਚ स्टोर कंज्यूम ड्यूरिंग द ईयर गिवन करके, ओपनिंग स्टॉक गिवन करके, परचेसिस गिवन करके ਤੁਹਾਡੇ ਕੋਲ क्लोजिंग स्टॉक भी पूछ सकते हैं, तो ਤੁਸੀਂ ਇਹ ਚੀਜ਼ਾਂ ਰੀਅਰੇਂਜ करके निकाल ਲਵੋਗੇ। ओके, नैक्सट आंदा साढ़े कोल इंपोर्टेंस देख लेंगे एक बार ट्रेडिंग अकाउंट की इन्फॉर्मेशन दिंदा है GP और GL की, ग्रोस प्रॉफिट और ग्रोस लॉस की। फिर थोड़े कोल ਇਹਦੇ ਵਿੱਚੋਂ भी पूछा जा सकता है कि ग्रोस प्रॉफिट रेशियो ਆਪਾਂ ਕਿੱਦਾਂ कैलकुलेट करते हैं। सो ग्रोस प्रॉफिट रेशियो का फॉर्मूला याद कर लो, ਇਹ ਰੇਸ਼ੀਓਜ਼ ਵਾਲੇ ਚੈਪਟਰ ਦੇ ਵਿੱਚ ਵੀ ਕਰਾਂਗੇ, ਮੈਨੇਜਮੈਂਟ ਅਕਾਊਂਟਿੰਗ ਦੇ ਵਿੱਚ। ਹੁਣ ਇਹ ਵਾਲਾ ਕਨਸੈਪਟ ਆਇਆ ਤਾਂ ਮੈਂ ਨਾਲ ਹੀ ਨਾਲ ਕਰਵਾ ਦਿੱਤਾ। ਗ੍ਰੋਸ ਪ੍ਰੋਫਿਟ ਰੇਸ਼ੀਓ ਨਿਕਲਦੀ ਹੈ GP ਓਵਰ ਸੇਲਸ ਇਨਟੂ 100 ਕਰਕੇ। GP ਰੱਖੋਗੇ ਨਿਊਮੀਨੇਟਰ ਦੇ ਵਿੱਚ, ਸੇਲਸ ਰੱਖੋਗੇ ਡਿਨੋਮੀਨੇਟਰ ਦੇ ਵਿੱਚ, ਮਲਟੀਪਲਾਈ ਕਰ ਦੋਗੇ 100 ਦੇ ਵਿੱਚ, ਇਹ ਨਿਕਲੂਗੀ GP ਰੇਸ਼ੀਓ। ਔਰ ਇਹ ਪਰਸੈਂਟੇਜ ਦੇ ਵਿੱਚ ਨਿਕਲ ਕੇ ਆਊਗੀ ਕਿਉਂਕਿ ਮਲਟੀਪਲਾਈ ਕਰ ਰਹੇ ਹਾਂ 100 ਦੇ ਨਾਲ। ਹੁਣ ਇਹ ਚੀਜ਼ ਯਾਦ ਰੱਖਣਾ, GP ਰੇਸ਼ੀਓ ਜਿੰਨੀ ਜ਼ਿਆਦਾ ਹੋਏਗੀ ਉਨਾ ਬੈਟਰ ਹੈ ਬਿਜ਼ਨਸ ਵਾਸਤੇ, GP ਰੇਸ਼ੀਓ ਜਿੰਨੀ ਘੱਟ ਹੋਏਗੀ ਉਨੀ ਉਹ ਅਨਫੇਵਰੇਬਲ ਹੈ। ਠੀਕ ਹੈ, ਇਹ ਵੀ ਇੰਪੋਰਟੈਂਟ ਚੀਜ਼ ਸੀ। ਸੈਲਿੰਗ ਪ੍ਰਾਈਸ ਨੂੰ ਫਿਕਸ ਕਰਨ ਵਾਸਤੇ ਸਾਨੂੰ ਟ੍ਰੇਡਿੰਗ ਅਕਾਊਂਟ ਦੀ ਹੈਲਪ ਪੈਂਦੀ ਹੈ, ਇਸ ਕਰਕੇ ਇਹ ਇੰਪੋਰਟੈਂਟ ਹੈ। ਕੰਪੈਰੀਜ਼ਨ ਕਰਨ ਵਾਸਤੇ ਕਲੋਜ਼ਿੰਗ ਸਟਾਕ ਦਾ ਓਪਨਿੰਗ ਸਟਾਕ ਦੇ ਨਾਲ, ਇਸ ਲਈ ਆਪਾਂ ਨੂੰ ਟ੍ਰੇਡਿੰਗ ਅਕਾਊਂਟ ਬਣਾਉਣਾ ਇੰਪੋਰਟੈਂਟ ਹੈ ਕਿ ਆਪਾਂ ਓਵਰ ਸਟਾਕਿੰਗ ਤੋਂ ਬਚ ਸਕੀਏ। ਠੀਕ ਹੈ, ਜੇ ਕੰਪੇਅਰ ਕਰਦੇ ਰਹਾਂਗੇ ਨਾਲ ਕੰਪੈਰੀਜ਼ਨ ਆਫ ਸਟਾਕਸ ਫਿਗਰ ਆਫ ਵਨ ਪੀਰੀਅਡ ਵਿਦ ਅਨਦਰ ਪੀਰੀਅਡ, ਇੱਕ ਸਾਲ ਦੀ ਫਿਗਰ ਦਾ ਦੂਸਰੇ ਸਾਲ ਦੀ ਫਿਗਰ ਦੇ ਨਾਲ ਕੰਪੈਰੀਜ਼ਨ ਕਰਕੇ ਆਪਾਂ ਓਵਰ ਸਟਾਕਿੰਗ ਨੂੰ ਰੋਕ ਸਕਦੇ ਹਾਂ। ਠੀਕ ਹੈ, ਇਨਵੈਸਟਮੈਂਟ ਇਨ ਸਟਾਕ ਸ਼ੁੱਡ ਬੀ ਰੀਜ਼ਨੇਬਲ। ਕਹਿੰਦੇ ਜੋ ਵੀ ਤੁਸੀਂ ਸਟਾਕ ਦੇ ਵਿੱਚ ਇਨਵੈਸਟ ਕਰ ਰਹੇ ਹੋ, ਉਹ ਰੀਜ਼ਨੇਬਲ ਹੋਣਾ ਚਾਹੀਦਾ ਤਾਂ ਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਸਮੂਥਲੀ ਚੱਲਦੀ ਰਹੇ ਅਤੇ ਸੇਲਸ ਜਿਹੜੀ ਹੈ ਉਹ ਸਮੂਥਲੀ ਹੁੰਦੀ ਰਹੇ। ਠੀਕ ਹੈ, ਇਹ ਵੀ ਨਹੀਂ ਕਿ ਤੁਸੀਂ ਜ਼ਿਆਦਾ ਇਨਵੈਸਟ ਕਰ ਦਿਓ ਸਟਾਕਸ ਦੇ ਵਿੱਚ, ਓਪਨਿੰਗ ਸਟਾਕਸ ਦੇ ਵਿੱਚ ਜ਼ਿਆਦਾ ਇਨਵੈਸਟ ਕਰ ਦਿਓ ਰੋ ਮਟੀਰੀਅਲ ਦੇ ਵਿੱਚ, ਕਿ ਤੁਹਾਡੀ ਪ੍ਰੋਡਕਸ਼ਨ ਹੈ ਜਿਹੜੀ ਤੁਹਾਡੇ ਕੋਲ ਗੁੱਡਸ ਆ ਉਹ ਜਿਹੜੇ ਜ਼ਿਆਦਾ ਪਏ ਰਹੇ ਬਟ ਉਹ ਸੇਲਸ ਹੋ ਨਾ ਰਹੀ ਹੋਏ। ਸੇਲਸ ਨਹੀਂ ਹੋਏਗੀ ਤਾਂ ਕਲੋਜ਼ਿੰਗ ਸਟਾਕ ਵੱਧ ਜਾਊਗਾ ਅਤੇ ਇਹਦੇ ਨਾਲ ਓਵਰ ਸਟਾਕਿੰਗ ਹੋ ਜਾਏਗੀ ਸਟਾਕ ਦੀ। ਉਹ ਬਾਅਦ ਚੀਜ਼ਾਂ ਤੁਹਾਨੂੰ ਕਲੀਅਰ ਹੈ। ਨੈਕਸਟ ਸਾਡੇ ਕੋਲ P&L ਅਕਾਊਂਟ ਵਾਲਾ ਜਿਹੜੀ ਚੀਜ਼ ਆ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਬੈਲੈਂਸ ਸ਼ੀਟ ਵੀ ਉਸ ਤੋਂ ਬਾਅਦ ਹੀ ਕਰਾਂਗੇ। ਫਿਰ ਸਾਡਾ ਪਾਰਟਨਰਸ਼ਿਪ ਵਾਲਾ ਟੌਪਿਕ ਸ਼ੁਰੂ ਹੋਏਗਾ। ਅਤੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਏ। ਜੇ ਵੀਡੀਓ ਵਧੀਆ ਲੱਗਿਆ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਇਹਦੇ ਨਾਲ ਇੰਪੋਰਟੈਂਟ ਇਨਫੋਰਮੇਸ਼ਨ ਕਿ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ। ਅਗਰ ਤੁਸੀਂ ਆਪਣੀ ਤਿਆਰੀ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੌਕ ਟੈਸਟ ਵੀ ਦੇਣੇ ਚਾਹੀਦੇ ਹੈ, ਅਤੇ ਅੱਜ ਦਾ ਮੌਕ ਟੈਸਟ ਵੀ ਮੈਂ ਟੈਲੀਗ੍ਰਾਮ ਚੈਨਲ ਦੇ ਉੱਤੇ ਹੀ ਦੇਵਾਂਗੀ। ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।